ਅੱਜ ਅਸੀਂ ਕਰਾਂਗੇ ਕੰਟੀਨਿਊਸ਼ਨ ਆਫ ਹਰਗੋਬਿੰਦ ਸਿੰਘ ਜੀ ਦੀ, ਵੀ ਹਰਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿੱਚ ਕੀ ਯੋਗਦਾਨ ਦਿੱਤਾ ਸੀਗਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ 1606 ਈਸਵੀ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ ਸੀ ਅਤੇ 1645 ਈਸਵੀ ਤੱਕ ਉਹ ਗੁਰਗੱਦੀ ਉੱਤੇ ਰਹਿ ਕੇ ਉਹਨਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਸੀ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਸਮਝਾਉਣ ਜਾ ਰਹੀ ਹਾਂ। ਫਸਟ ਹੈ ਐਡੋਪਸ਼ਨ ਆਫ ਟੂ ਸਵਾਰਡਸ ਮੀਰੀ ਐਂਡ ਪੀਰੀ। ਮੀਰੀ ਅਤੇ ਪੀਰੀ ਦੋ ਤਲਵਾਰਾਂ ਧਾਰਨ ਕਰਨੀਆਂ। ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਜਿਹੜੇ ਗੁਰੂ ਸੀਗੇ ਪੰਜ, ਉਹਨਾਂ ਨੇ ਸਿੱਖਾਂ ਦੀ ਕੇਵਲ ਅਧਿਆਤਮਕ ਰਹਿਨੁਮਾਈ ਕੀਤੀ ਸੀਗੀ, ਉਹਨਾਂ ਨੇ ਸਿੱਖਾਂ ਦੀ ਅਧਿਆਤਮਕ ਰਹਿਨੁਮਾਈ ਕੀਤੀ ਸੀ। ਪਰ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਅਤੇ ਪੀਰੀ ਦੋ ਤਲਵਾਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਮੀਰੀ ਤਲਵਾਰ ਉਹਨਾਂ ਦੇ ਸੰਸਾਰਿਕ ਵਿਸ਼ਿਆਂ ਦਾ ਪ੍ਰਤੀਕ ਸੀਗੀ ਅਤੇ ਜਿਹੜੀ ਪੀਰੀ ਤਲਵਾਰ ਸੀ ਉਹ ਧਾਰਮਿਕ ਰਹਿਨੁਮਾਈ ਦਾ ਚਿੰਨ੍ਹ ਸੀਗੀ। ਇਸ ਘਟਨਾ ਨੇ ਸਿੱਖ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਪਾਇਆ ਸੀਗਾ। ਨੈਕਸਟ ਹੈ ਤੁਹਾਡਾ ਐਡੋਪਸ਼ਨ ਆਫ ਰਾਇਲ ਸਿੰਬਲਸ, ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ। ਗੁਰੂ ਹਰਗੋਬਿੰਦ ਸਿੰਘ ਜੀ ਨੇ ਸੇਲੀ, ਜਿਹਨੂੰ ਆਪਾਂ ਉੱਨ ਦੀ ਮਾਲਾ ਕਹਿ ਦਿੰਦੇ, ਉੱਨ ਤੋਂ ਬਣੀ ਵੀ ਹੋਈ ਹੁੰਦੀ ਹੈ, ਉਹ ਛੱਡ ਕੇ ਦੋ ਤਲਵਾਰਾਂ ਪਹਿਨੀਆਂ ਸੀਗੀਆਂ, ਮੀਰੀ ਅਤੇ ਪੀਰੀ। ਉਹਨਾਂ ਨੇ ਆਪਣੇ ਸ਼ੀਸ਼ ਉੱਤੇ ਕਲਗੀ ਧਾਰਨ ਕੀਤੀ ਸੀਗੀ ਅਤੇ ਉਹਨਾਂ ਨੇ ਦੇ 52 ਅੰਗ ਰੱਖਿਅਕ ਸੀਗੇ, ਜਿਸ ਨਾਲ ਉਹਨਾਂ ਦੀ ਰਾਜਸੀ ਠਾਠ ਵਿੱਚ ਵਾਧਾ ਹੋਇਆ ਅਤੇ ਲੋਕ ਉਹਨਾਂ ਨੂੰ ਸੱਚੇ ਪਾਤਸ਼ਾਹ ਦੀ ਕਹਿ ਕੇ ਪੁਕਾਰਨ ਲੱਗੇ, ਭਾਵ ਉਹਨਾਂ ਨੂੰ ਸੱਚੇ ਪਾਤਸ਼ਾਹ ਦੀ ਉਪਾਧੀ ਦਿੱਤੀ ਗਈ। ਨੈਕਸਟ ਹੈ ਆਫਰਿੰਗ ਆਫ ਹਾਰਸਿਸ ਐਂਡ ਆਰਮਸ ਆਫ ਗੁਰੂ। ਗੁਰੂ ਜੀ ਨੂੰ ਘੋੜਿਆਂ ਅਤੇ ਸ਼ਸਤਰਾਂ ਦੀ ਭੇਟਾਂ। ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਅਤੇ ਮਸੰਦਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਉਹ ਸਿੱਖਾਂ ਤੋਂ ਧਨ ਦੀ ਥਾਂ ਘੋੜਿਆਂ ਔਰ ਸ਼ਸਤਰਾਂ ਦੇ ਰੂਪ ਵਿੱਚ ਭੇਟਾਂ ਪ੍ਰਾਪਤ ਕਰਨ। ਗੁਰੂ ਸਾਹਿਬ ਦੇ ਹੁਕਮ ਤੋਂ ਇਨ ਬਿਨ ਪਾਲਣਾ ਕੀਤੀ ਗਈ। ਸਿੱਟੇ ਵਜੋਂ ਗੁਰੂ ਸਾਹਿਬ ਜੀ ਕੋਲ ਵੱਡੀ ਮਾਤਰਾ ਵਿੱਚ ਘੋੜੇ ਔਰ ਸ਼ਸਤਰ ਇਕੱਠੇ ਹੋ ਗਏ। ਫਲਸਰੂਪ ਸਿੱਖ ਸੈਨਾ ਦਾ ਨਿਰਮਾਣ ਹੋਣਾ ਹੁਣ ਸੌਖਾ ਹੋ ਗਿਆ ਸੀਗਾ। ਅੱਗੇ ਆਰਗੇਨਾਈਜੇਸ਼ਨ ਆਫ ਨਿਊ ਆਰਮੀ, ਸਿੱਖ ਸੈਨਾ ਦਾ ਸੰਗਠਨ, ਸਿੱਖ ਆਰਮੀ ਜਾਂ ਨਿਊ ਆਰਮੀ, ਨਵੀਂ ਸੈਨਾ ਦਾ ਸੰਗਠਨ। ਗੁਰੂ ਗੋਬਿੰਦ ਸਿੰਘ ਜੀ ਕੋਲ 52 ਅੰਗ ਰੱਖਿਅਕ ਤਾਂ ਪਹਿਲਾਂ ਹੈਗੇ ਸੀਗੇ, ਬਾਡੀਗਾਰਡ ਹੈਗੇ ਸੀਗੇ, ਅਤੇ ਉੱਥੇ ਮਾਝਾ, ਦੁਆਬਾ, ਮਾਲਵਾ ਦੇ ਨੌਜਵਾਨਾਂ ਨੇ ਵੀ ਗੁਰੂ ਜੀ ਦੀ ਸੇਵਾ ਕਰਨੀ ਪ੍ਰਵਾਨ ਕਰ ਲਈ ਸੀਗੀ। ਗੁਰੂ ਜੀ ਨੇ ਉਹਨਾਂ ਨੂੰ ਇੱਕ ਇੱਕ ਘੋੜਾ ਅਤੇ ਇੱਕ ਇੱਕ ਸ਼ਸਤਰ ਦਿੱਤਾ। ਉਹਨਾਂ ਨੇ 500 ਸਿੱਖਾਂ ਨੂੰ ਅੱਗੇ 5 ਜੱਥਿਆਂ ਵਿੱਚ ਵੰਡ ਦਿੱਤਾ ਸੀਗਾ, ਜਿਨ੍ਹਾਂ ਦੇ ਜਥੇਦਾਰ ਸਨ ਭਾਈ ਵਿਧੀ ਸਿੰਘ ਚੰਦ, ਭਿਰਾਣਾ, ਜੇਠਾ, ਪੈਰਾ ਅਤੇ ਲੰਗਾ। ਇਹਨਾਂ ਤੋਂ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਆਪਣੀ ਸੈਨਾ ਵਿੱਚ ਪਠਾਨਾਂ ਨੂੰ ਵੀ ਇਹਨਾਂ ਨੇ ਭਰਤੀ ਕਰ ਲਿਆ ਸੀ, ਜਿਨ੍ਹਾਂ ਦਾ ਸੈਨਾ ਨਾਇਕ ਪੈਂਦਾ ਖਾਂ ਸੀ। ਨੈਕਸਟ ਹੈ ਚੇਂਜ ਇਨ ਡੇਲੀ ਲਾਈਫ ਆਫ ਗੁਰੂ ਜੀ। ਗੁਰੂ ਜੀ ਦੀ ਰੋਜ਼ਾਨਾ ਜੀਵਨ ਵਿੱਚ ਕੀ ਪਰਿਵਰਤਨ ਆਇਆ ਸੀਗਾ। ਗੁਰੂ ਹਰਗੋਬਿੰਦ ਸਿੰਘ ਜੀ ਜਦੋਂ ਸਵੇਰੇ ਉੱਠਦੇ ਸੀਗੇ, ਉਹ ਸਭ ਤੋਂ ਪਹਿਲਾਂ ਇਸ਼ਨਾਨ ਕਰਦੇ, ਫਿਰ ਸ਼ਾਹੀ ਢੰਗ ਨਾਲ ਸਜਦੇ, ਆਪਦੇ ਕਲਗੀ ਪਾਉਂਦੇ ਅਤੇ ਦੋ ਜਿਹੜੀਆਂ ਮੀਰੀ ਅਤੇ ਪੀਰੀ ਤਲਵਾਰਾਂ ਸੀਗੀਆਂ ਉਹ ਅਪਣਾਉਂਦੇ। ਫਿਰ ਲੰਗਰ ਵਿੱਚ ਜਾਂਦੇ, ਜਿੱਥੇ ਉਹਨਾਂ ਦੀ ਦੇਖ ਰੇਖ ਵਿੱਚ ਸਾਰੇ ਸੈਨਿਕ ਅਤੇ ਸਿੱਖਾਂ ਨੂੰ ਲੰਗਰ ਛਕਾਇਆ ਜਾਂਦਾ। ਭੋਜਨ ਤੋਂ ਬਾਅਦ ਗੁਰੂ ਜੀ ਥੋੜ੍ਹੇ ਸਮੇਂ ਲਈ ਆਰਾਮ ਕਰਦੇ ਸੀਗੇ। ਇਸ ਪਿੱਛੋਂ ਉਹ ਆਪਣੇ ਸੇਵਕਾਂ, ਸ਼ਿਕਾਰੀਆਂ, ਕੁੱਤਿਆਂ ਅਤੇ ਬਾਜਾਂ ਨਾਲ ਸ਼ਿਕਾਰ ਨੂੰ ਚਲੇ ਜਾਂਦੇ ਸੀਗੇ। ਉਹਨਾਂ ਨੇ ਸਿੱਖਾਂ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ ਅਤੇ ਆਪਣੇ ਦਰਬਾਰ ਦੇ ਅਬਦੁਲ ਅਤੇ ਨੱਥਾ ਮੱਲ ਢਾਡੀਆਂ ਨੂੰ ਵੀਰ ਰਸ ਦੀਆਂ ਵਾਰਾਂ ਗਾਉਣ ਵਿੱਚ ਲਾਇਆ। ਗੁਰੂ ਜੀ ਨੇ ਇੱਕ ਵਿਸ਼ੇਸ਼ ਸੰਗੀਤ ਮੰਡਲੀ ਵੀ ਸਥਾਪਿਤ ਕੀਤੀ, ਜੋ ਰਾਤ ਨੂੰ ਢੋਲਕ ਦੀ ਧੁਨੀ ਅਤੇ ਮਸ਼ਾਲਾਂ ਦੀ ਰੋਸ਼ਨੀ ਨਾਲ ਹਰਿਮੰਦਰ ਸਾਹਿਬ ਵਿੱਚ ਦੀ ਪਰਿਕਰਮਾ ਕਰਦਿਆਂ ਉੱਚੇ ਸਵਰ ਵਿੱਚ ਜੋਸ਼ੀਲੇ ਸ਼ਬਦ ਗਾਉਂਦੀ ਸੀਗੀ। ਨੈਕਸਟ ਹੈ ਤੁਹਾਡਾ
ਕੰਸਟਰਕਸ਼ਨ ਆਫ ਅਕਾਲ ਤਖਤ ਦੀ ਉਸਾਰੀ। ਹਰਗੋਬਿੰਦ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਇੱਕ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ। ਉਸ ਦੇ ਅੰਦਰ 12 ਫੁੱਟ ਥੜੇ ਦਾ ਨਿਰਮਾਣ ਕਰਾਇਆ ਜੋ ਰਾਜਿਆਂ ਮਹਾਰਾਜਿਆਂ ਦੇ ਤਖਤ ਵਰਗਾ ਸੀਗਾ। ਹਰਿਮੰਦਰ ਸਾਹਿਬ ਵਿੱਚ ਗੁਰੂ ਜੀ ਧਾਰਮਿਕ ਸਿੱਖਿਆ ਦਿੰਦੇ ਸੀਗੇ। ਉਹ ਥੜੇ ਉੱਤੇ ਬੈਠ ਕੇ ਆਪਣੇ ਸਿੱਖਾਂ ਨੂੰ ਰਾਜਸੀ ਸਿੱਖਿਆ ਦੇ ਨਾਲ ਸ਼ਸਤਰ ਸਿੱਖਿਆ ਵੀ ਦਿੰਦੇ ਸੀਗੇ। ਢਾਡੀਆਂ ਤੋਂ ਉਹ ਵੀਰ ਰਸ ਦੀਆਂ ਜੋਸ਼ੀਲੀਆਂ ਵਾਰਾਂ ਔਰ ਗੀਤ ਵੀ ਸੁਣਦੇ ਸੀਗੇ। ਇੱਥੋਂ ਹੀ ਨਹੀਂ, ਉਹ ਸਿੱਖਾਂ ਨੂੰ ਇਨਾਮ ਅਤੇ ਸਜ਼ਾਵਾਂ ਵੀ ਦਿੰਦੇ ਸੀ। ਅਕਾਲ ਤਖਤ ਦੇ ਨੇੜੇ ਉਹ ਅਖਾੜੇ ਵਿੱਚ ਸਿੱਖਾਂ ਨੂੰ ਕਸਰਤ ਕਰਨ ਲਈ ਵੀ ਪ੍ਰੇਰਿਤ ਕਰਦੇ ਸੀਗੇ। ਨੈਕਸਟ ਹੈ ਤੁਹਾਡਾ ਫੋਰਟੀਫਿਕੇਸ਼ਨ ਆਫ ਅੰਮ੍ਰਿਤਸਰ ਦੀ ਕਿਲ੍ਹਾਬੰਦੀ। ਗੁਰੂ ਹਰਗੋਬਿੰਦ ਸਿੰਘ ਜੀ ਅੰਮ੍ਰਿਤਸਰ ਦੀ ਰੱਖਿਆ ਲਈ ਉਹਦੇ ਚਾਰੇ ਪਾਸੇ ਉਹਨਾਂ ਨੇ ਕੰਧ ਦੀ ਉਸਾਰੀ ਕੀਤੀ ਸੀਗੀ। ਉਹਨਾਂ ਨੇ ਸ਼ਹਿਰ ਵਿੱਚ ਲੋਹਗੜ੍ਹ ਨਾਮੀ ਕਿਲ੍ਹੇ ਦਾ ਨਿਰਮਾਣ ਕੀਤਾ ਸੀਗਾ। ਇਸ ਕਿਲ੍ਹੇ ਦੇ ਅਨੁਸਾਰ ਉਹਦੇ ਵਿੱਚ ਸੈਨਿਕਾਂ ਦਾ ਸਮਾਨ, ਅਸਤਰ ਸ਼ਸਤਰ ਵਗੈਰਾ ਰੱਖੇ ਹੋਏ ਸੀਗੇ। ਇਸ ਤਰ੍ਹਾਂ ਹਰਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿੱਚ ਆਪਣਾ ਬਹੁਤ ਯੋਗਦਾਨ ਦਿੱਤਾ। ਹੁਣ ਅੱਗੇ ਅਸੀਂ ਕਰਦੇ ਹਾਂ ਹਾਂਜੀ ਨੈਕਸਟ ਹੈ ਆਪਾਂ ਕਰਾਂਗੇ ਗੁਰੂ ਹਰਿਰਾਏ ਜੀ ਦੇ ਕੰਟਰੀਬਿਊਸ਼ਨ ਕੀ ਸੀ ਸਿੱਖ ਧਰਮ ਦੇ ਵਿਕਾਸ ਵਿੱਚ। ਪ੍ਰੀਚਿੰਗ ਆਫ ਗੁਰੂ ਸਿੱਖ ਰਿਲੀਜਨ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਦੇ ਦੇਹਾਂਤ ਤੋਂ ਬਾਅਦ ਗੁਰੂ ਹਰਿਰਾਏ ਜੀ ਨੂੰ ਗੁਰਗੱਦੀ ਸੰਭਾਲੀ ਗਈ। ਉਹ ਸੁਭਾਅ ਦੇ ਬਹੁਤ ਸ਼ਾਂਤ ਸੀਗੇ ਔਰ ਨਰਮ ਦਿਲ ਸੀਗੇ। ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਸਾਰੇ ਕੰਮ ਕੀਤੇ, ਜਿਵੇਂ ਕਿ ਸਭ ਤੋਂ ਪਹਿਲਾਂ ਪ੍ਰੀਚਿੰਗ ਆਫ ਸਿੱਖ ਰਿਲੀਜਨ, ਸਿੱਖ ਧਰਮ ਦਾ ਪ੍ਰਚਾਰ ਕਰਨਾ। ਗੁਰੂ ਹਰਿਰਾਏ ਜੀ ਨੇ ਆਪਣੇ ਗੁਰਿਆਈ ਦਾ ਵਧੇਰੇ ਸਮਾਂ ਸੀ ਜਿਹੜਾ ਉਹ ਕਰਤਾਰਪੁਰ ਵਿਖੇ ਬਿਤਾਇਆ ਸੀਗਾ। ਉਹਨਾਂ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੇ ਸਿੱਖ ਧਰਮ ਨੂੰ, ਉਹਨਾਂ ਦੇ ਉਪਦੇਸ਼ ਸੁਣ ਕੇ ਸਿੱਖ ਧਰਮ ਨੂੰ ਅਪਣਾ ਲਿਆ ਸੀਗਾ। ਇਹਨਾਂ ਵਿੱਚੋਂ ਭਗਤ ਗਿਰ, ਭਾਈ ਸੰਗਤੀਆ, ਭਾਈ ਗੋਧਾ ਦੇ ਨਾਂ ਪ੍ਰਸਿੱਧ ਹੈ। ਗੁਰੂ ਜੀ ਨੇ ਸੰਗਤੀਆ ਦਾ ਨਾਂ ਭਾਈ ਫੇਰੂ ਰੱਖ ਦਿੱਤਾ ਸੀ ਅਤੇ ਉਹਨੂੰ ਕੇਂਦਰੀ ਪੰਜਾਬ ਜਿਵੇਂ ਲਾਹੌਰ, ਕਸੂਰ, ਚੂਨੀਆਂ ਆਦਿ ਇਲਾਕੇ ਦਾ ਪੈਰੋਗਾਰ ਬਣਾਤਾ ਸੀਗਾ। ਉਹ ਉੱਥੇ ਸਿੱਖ ਧਰਮ ਦਾ ਪ੍ਰਚਾਰ ਕਰਦਾ ਸੀ ਜਾ ਕੇ। ਇਸੇ ਤਰ੍ਹਾਂ ਭਾਈ ਪੰਜਾਬ, ਭਾਈ ਭਗਤ, ਭਾਈ ਭੁੰਦੜ ਨੂੰ ਮਾਲਵੇ ਦੇ ਵਿੱਚ ਭੇਜਿਆ ਸਿੱਖ ਧਰਮ ਦੇ ਪ੍ਰਚਾਰ ਲਈ ਅਤੇ ਸੰਗਤਾਂ ਸਥਾਪਿਤ ਕਰਨ ਲਈ ਉਹਨਾਂ ਨੂੰ ਨਿਯੁਕਤ ਕੀਤਾ। ਗੁਰੂ ਹਰਿਰਾਏ ਜੀ ਆਪ ਸੀਗੇ ਜਿਹੜੇ ਧਾਰਮਿਕ ਯਾਤਰਾਵਾਂ 'ਤੇ ਜ਼ਿਆਦਾ ਜਾਂਦੇ ਸੀਗੇ। ਸਭ ਤੋਂ ਪਹਿਲਾਂ ਉਹ ਕਰਤਾਰਪੁਰ ਵਿਖੇ ਠਹਿਰੇ, ਉੱਥੇ ਉਹਨਾਂ ਨੇ ਕੁਝ ਸਮਾਂ ਬਤੀਤ ਕੀਤਾ। ਫਿਰ ਉੱਥੋਂ ਉਹ ਮੁਕੰਦਪੁਰ ਜਲੰਧਰ ਵੱਲ ਚਲੇ ਗਏ। ਫਿਰ ਉੱਥੋਂ ਦੁਸਾਂਝ ਚਲੇ ਗਏ। ਉੱਥੇ ਕੁਝ ਸਮਾਂ ਠਹਿਰ ਕੇ ਫਿਰ ਉਹ ਮਾਲਵੇ ਵੱਲ ਦੀ ਚਲੇ ਗਏ। ਨੈਕਸਟ ਹੈ ਤੁਹਾਡਾ ਗੁਰੂ ਹਰਗੋਬਿੰਦ ਸਿੰਘ ਜੀ ਬਲੈਸਡ ਫੂਲ। ਗੁਰੂ ਹਰਗੋਬਿੰਦ ਸਿੰਘ ਜੀ ਨੇ ਫੂਲ ਨੂੰ ਕੀ ਵਰਦਾਨ ਦਿੱਤਾ? ਆਪਣੇ ਪ੍ਰਚਾਰ ਦੌਰਿਆਂ ਸਮੇਂ ਮਾਲਵਾ ਵਿੱਚ ਉਹ ਇੱਕ ਪਿੰਡ ਨਥਾਣਾ ਵਿਖੇ ਰੁਕੇ। ਉੱਥੇ ਇੱਕ ਕਾਲਾ ਅਤੇ ਕਰਮਚੰਦ ਦੋ ਭਰਾ ਰਹਿੰਦੇ ਸੀਗੇ। ਗੁਰੂ ਜੀ ਦੇ ਦਰਸ਼ਨਾਂ ਲਈ ਉਹ ਰੋਜ਼ ਆਇਆ ਜਾਇਆ ਕਰਦੇ ਸੀਗੇ। ਇੱਕ ਦਿਨ ਕਾਲਾ ਆਪਣੇ ਦੋ ਭਤੀਜਿਆਂ ਸੰਦਲੀ ਅਤੇ ਫੂਲ ਨੂੰ ਵੀ ਉੱਥੇ ਲੈ ਕੇ ਆਇਆ। ਫੂਲ ਗੁਰੂ ਜੀ ਦੇ ਸਾਹਮਣੇ ਖਲੋ ਕੇ ਆਪਣੇ ਢਿੱਡ ਉੱਤੇ ਹੱਥ ਫੇਰਨ ਲੱਗਿਆ ਅਤੇ ਜਦੋਂ ਉਹ ਆਪਣੇ ਢਿੱਡ 'ਤੇ ਹੱਥ ਫੇਰਨ ਲੱਗਿਆ ਤਾਂ ਉਸਨੇ ਇਸ਼ਾਰਾ ਕਰਕੇ ਸੰਦਲੀ ਨੂੰ ਪੁੱਛਿਆ ਵੀ ਇਹ ਕੀ ਕਹਿ ਰਿਹਾ ਵੀ ਉਹਨੇ ਆਪਣੇ ਢਿੱਡ 'ਤੇ ਹੱਥ ਫੇਰਿਆ ਹੈ। ਤਾਂ ਸੰਦਲੀ ਨੇ ਕਿਹਾ, ਗੁਰੂ ਮਹਾਰਾਜ ਇਹ ਗੂੰਗਾ ਹੈ ਅਤੇ ਹੁਣ ਇਹਨੂੰ ਭੁੱਖ ਲੱਗੀ ਹੈ, ਇਹ ਲੰਗਰ ਛਕਣਾ ਚਾਹੁੰਦਾ ਹੈ। ਤਾਂ ਗੁਰੂ ਜੀ ਨੇ ਕਿਹਾ, ਫੂਲ ਨੂੰ ਵਰਦਾਨ ਦਿੱਤਾ ਕਿ ਉਹ ਬਹੁਤ ਮਹਾਨ, ਪ੍ਰਸਿੱਧ ਔਰ ਧਨਵਾਨ ਵਿਅਕਤੀ ਹੋਊਗਾ। ਉਹਦੀ ਸੰਤਾਨ ਘੋੜੇ, ਉਹਦੀ ਜਿਹੜੀ ਸੰਤਾਨ ਹੈ ਉਹਦੇ ਘੋੜੇ ਹੈ ਜਿਹੜੇ ਉਹਨਾਂ ਦੀ ਸੰਤਾਨ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ ਅਤੇ ਕਈ ਪੀੜ੍ਹੀਆਂ ਤੱਕ ਰਾਜ ਕਰਨਗੇ। ਉਹ ਜਿੰਨੀ ਉਹ ਗੁਰੂ ਦੀ ਸੇਵਾ ਕਰਨਗੇ ਉਸ ਵੰਸ਼ ਦਾ ਮਾਣ ਓਨਾ ਹੀ ਵਧੂਗਾ। ਗੁਰੂ ਜੀ ਦਾ ਵੱਲ ਠੀਕ ਨਿਕਲਿਆ। ਪਟਿਆਲਾ, ਨਾਭਾ ਔਰ ਜੀਂਦ ਦੀਆਂ ਰਿਆਸਤਾਂ ਦੇ ਰਾਜੇ ਸੀਗੇ ਜਿਹੜੇ ਉਹ ਫੂਲ ਦੀ ਸੰਤਾਨ ਵਿੱਚੋਂ ਹੀ ਸੀਗੇ। ਨੈਕਸਟ ਹੈ ਦਾਰਾ ਸ਼ਿਕੋਹ ਦੀ ਸਹਾਇਤਾ। 1658 ਈਸਵੀ ਵਿੱਚ ਮੁਗਲ ਸਮਰਾਟ ਸ਼ਾਹਜਹਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਗੁਰਗੱਦੀ ਵਾਸਤੇ
ਲੜਨ ਲੱਗ ਪਏ। ਇਸ ਯੁੱਧ ਵਿੱਚ ਔਰੰਗਜ਼ੇਬ ਜੇਤੂ ਰਿਹਾ ਅਤੇ ਸਾਮੂਗੜ੍ਹ ਦੇ ਯੁੱਧ ਵਿੱਚ ਹਾਰ ਜਾਣ ਪਿੱਛੋਂ ਦਾਰਾ ਸ਼ਿਕੋਹ ਸੀ ਜਿਹੜਾ ਉਹ ਪੰਜਾਬ ਵੱਲ ਨੂੰ ਆ ਗਿਆ। ਪੰਜਾਬ ਵਿੱਚ ਆ ਕੇ ਉਹਨਾਂ ਦੀ ਮੁਲਾਕਾਤ ਸ਼੍ਰੀ ਗੁਰੂ ਹਰਿਰਾਏ ਜੀ ਨਾਲ ਹੋਈ। ਇਹਨਾਂ ਦੇ ਪ੍ਰਵਚਨਾਂ ਤੋਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਅਤੇ ਉਹ ਵੀ ਇੱਕ ਬਹੁਤ ਨਰਮ ਵਿਚਾਰਾਂ ਵਾਲਾ ਮੁਸਲਮਾਨ ਸੀਗਾ। ਇਸ ਲਈ ਉਹ ਪਹਿਲਾਂ ਵੀ ਕਈ ਵਾਰੀ ਗੁਰੂ ਜੀ ਦੇ ਦਰਸ਼ਨਾਂ ਲਈ ਆ ਚੁੱਕਿਆ ਸੀ, ਪਰ ਹਾਰ ਜਾਣ ਮਗਰੋਂ ਗੁਰੂ ਹਰਿਰਾਏ ਜੀ ਨੂੰ ਤੋਂ ਉਹ ਸਹਾਇਤਾ ਮੰਗਣ ਲਈ ਆਇਆ ਅਤੇ ਗੁਰੂ ਜੀ ਨੇ ਉਹਨੂੰ ਸ਼ੁਭ ਇੱਛਾਵਾਂ ਪ੍ਰਦਾਨ ਕੀਤੀਆਂ। ਨੈਕਸਟ ਹੈ ਗੁਰੂ ਹਰਗੋਬਿੰਦ ਸਿੰਘ ਜੀ ਕਾਲਡ ਦਿੱਲੀ ਟੂ ਬਾਏ ਔਰੰਗਜ਼ੇਬ। ਔਰੰਗਜ਼ੇਬ ਦਾ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਉਣਾ। ਰਾਜਗੱਦੀ ਸੰਭਾਲਣ ਤੋਂ ਬਾਅਦ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਹਰਿਰਾਏ ਜੀ ਨੂੰ ਆਪਣੇ ਰਾਜ ਮਹਿਲ ਵਿੱਚ ਦਿੱਲੀ ਬੁਲਾਇਆ। ਇੱਕ ਤਾਂ ਉਹ ਗੁਰੂ ਜੀ ਤੋਂ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਉਹਨਾਂ ਨੇ ਸ਼ਿਕੋਹ ਦੀ ਕੀ ਸਹਾਇਤਾ ਕੀਤੀ ਹੈ। ਦੂਸਰਾ ਉਹ ਗੁਰੂ ਜੀ ਤੋਂ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਕਿਧਰੇ ਸਿੱਖ ਧਰਮ ਮੁਸਲਮਾਨ ਦੇ ਵਿਰੋਧੀ ਮੁਸਲਮਾਨ ਦੇ ਖਿਲਾਫ ਤਾਂ ਨਹੀਂ ਹੈ। ਗੁਰੂ ਜੀ ਨੇ ਦਿੱਲੀ ਆਪ ਜਾਣ ਦੀ ਥਾਂ 'ਤੇ ਆਪਣੇ 14 ਸਾਲਾਂ ਦੇ 15 ਸਾਲਾਂ ਦੇ ਬੇਟੇ ਗੁਰੂ ਰਾਏ ਜੀ ਨੂੰ ਭੇਜ ਦਿੱਤਾ ਅਤੇ ਔਰੰਗਜ਼ੇਬ ਨੇ ਉਸ ਤੋਂ ਆਸਾ ਦੀ ਬਾਹਰ ਵਿੱਚ ਦਿੱਤੇ ਗਏ ਸ਼ਲੋਕ ਦਾ ਅਰਥ ਪੁੱਛਿਆ। ਸ਼ਲੋਕ ਇਹ ਸੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਬਾਰੇ ਮੁਸਲਮਾਨ ਸ਼ਬਦ ਦਾ ਸਪਸ਼ਟੀਕਰਨ ਪੁੱਛਿਆ ਉਹਨਾਂ ਨੇ ਭਾਈ ਰਾਏ ਜੀ ਨੂੰ ਤੋਂ। ਤਾਂ ਰਾਮ ਰਾਏ ਜੀ ਨੇ ਬੜੀ ਚਤੁਰਾਈ ਨਾਲ ਜਵਾਬ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਇਸ ਸ਼ਲੋਕ ਵਿੱਚ ਮੁਸਲਮਾਨ ਜਿਹੜਾ ਸ਼ਬਦ ਹੈ ਉਹ ਗਲਤੀ ਨਾਲ ਲਿਖਿਆ ਗਿਆ ਹੈ, ਇਸ ਦੀ ਥਾਂ 'ਤੇ ਅਸਲੀ ਸ਼ਬਦ ਬੇਈਮਾਨ ਹੈ। ਇਸ ਉੱਤਰ ਨਾਲ ਮੁਗਲ ਸਮਰਾਟ ਔਰੰਗਜ਼ੇਬ ਦੀ ਤਾਂ ਤਸੱਲੀ ਹੋ ਗਈ, ਪਰ ਜਿਹੜੇ ਹਰਿਰਾਏ ਸੀਗੇ ਗੁਰੂ ਉਹ ਬਹੁਤ ਦੁਖੀ ਹੋਏ। ਉਹਨਾਂ ਨੇ ਕਿਹਾ ਕਿ ਮੈਂ ਔਰੰਗਜ਼ੇਬ ਅੱਗੇ ਝੂਠ ਬੋਲਿਆ ਹੈ। ਗੁਰੂ ਆਫ ਅ ਸਕਸੈਸਰ, ਕਿਉਂਕਿ ਰਾਮ ਰਾਏ ਜੀ ਨੇ ਔਰੰਗਜ਼ੇਬ ਅਤੇ ਅੱਗੇ ਗੁਰੂ ਜੀ ਦੀ ਬਾਣੀ ਬਦਲ ਕੇ ਕਾਇਰਤਾ ਦਿਖਾਈ ਸੀ, ਝੂਠ ਬੋਲਿਆ ਸੀ। ਇਸ ਲਈ ਗੁਰੂ ਹਰਿਰਾਏ ਜੀ ਉਸ ਨਾਲ ਨਾਰਾਜ਼ ਹੋ ਗਏ। ਰਾਮ ਰਾਏ ਨੇ ਭਾਵੇਂ ਕੀਰਤਪੁਰ ਪਰਤ ਕੇ ਗੁਰੂ ਜੀ ਤੋਂ ਬਹੁਤ ਖਿਮਾ ਯਾਚਨਾ ਮੰਗੀ, ਪਰ ਫਿਰ ਵੀ ਹਰਿਰਾਏ ਗੁਰੂ ਜੀ ਸੀਗੇ ਜਿਹੜੇ ਉਹਨਾਂ ਤੋਂ ਖੁਸ਼ ਨਾ ਹੋਏ। ਉਹਨਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਛੋਟੇ ਅਤੇ 5 ਸਾਲਾਂ ਦੇ ਪੁੱਤਰ ਹਰਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ।